ਅੱਗੇ ਐਸੀ ਭਾਈਚਾਰੇ ਦੀ ਵੋਟ ਖੁੱਲ੍ਹ ਕੇ ਬਸਪਾ ਨੂੰ ਪੈਂਦੀ ਹੁੰਦੀ ਸੀਗੀ। ਇਸ ਵਾਰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਲੱਗਦਾ ਕਿ ਇਹਦੇ ਨਾਲ ਥੋੜ੍ਹਾ ਜਿਹਾ ਫਰਕ ਪਿਆ। ਅੱਗੇ ਨਾਲੋਂ ਵੋਟ ਵਧੇਗੀ ਇਸ ਵਾਰੀ, ਕਿਉਂਕਿ ਕਾਂਗਰਸ ਨੇ ਜਿਹੜਾ ਡਰਾਮਾ ਕੀਤਾ ਉਹ ਪੂਰੇ ਦਾ ਪੂਰਾ ਦਲਿਤ ਸਮਾਜ ਨੇ ਨਕਾਰ ਦਿੱਤਾ। ਕਾਂਗਰਸ ਨੇ ਸਿਹਤ, ਸਿੱਖਿਆ, ਰੋਜ਼ਗਾਰ ਤੇ ਕੀ ਕੀਤਾ। ਮੇਰਾ ਸਿੱਧੂ ਸਾਹਿਬ ਨੂੰ ਚੈਲੰਜ ਹੈ ਵੀ ਤੁਸੀਂ ਆਪਣੀ ਪ੍ਰਧਾਨਗੀ ਦੇ ਵਿੱਚ ਇੱਕ ਦਲਿਤ ਮੁੱਖ ਮੰਤਰੀ ਦਿੱਤਾ, ਚਲੋ ਇਹਦਾ ਮੁੜ ਕੇ ਐਲਾਨ ਕਰ ਦਿਓ। ਜੋ ਕਹਿੰਦੇ ਨੇ ਕਿ ਅਸੀਂ ਤਾਂ ਇੱਕ ਵਾਰ ਦਿੱਤਾ, ਅਕਾਲੀ ਦਲ ਨੂੰ ਕਹੋ ਵੀ ਇੱਕ ਵਾਰੀ ਦੇ ਕੇ। ਚਰਨਜੀਤ ਸਿੰਘ ਚੰਨੀ ਹੋਣਾ ਨੇ ਇੱਕ ਦਿਨ ਸਪੀਚ ਦਿੱਤੀ, ਕਹਿੰਦੇ ਨੇ ਕਿ ਬਸਪਾ ਆਪਣੇ ਹੱਕ ਮੰਗਦੀ ਸੀਗੀ, ਕਹਿੰਦੇ ਪਰ ਬਸਪਾ ਨੇ ਅਕਾਲੀ ਦਲ ਨੂੰ ਆਪਣੇ ਆਪ ਨੂੰ ਵੇਚ ਦਿੱਤਾ। ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਜਿਹੜੇ ਦਲਿਤ ਵੱਖ-ਵੱਖ ਪਾਰਟੀਆਂ 'ਚ ਬੈਠ ਕੇ ਮਲਾਈ ਖਾ ਰਹੇ ਆ, ਇਹ ਮਲਾਈ ਹੀ ਇਹਨਾਂ ਦਾ ਸੌਦਾ ਆ। ਤੇ ਚੰਨੀ ਨੇ ਤਾਂ ਸਾਰੀ ਉਮਰ ਮਲਾਈ ਖਾਧੀ ਆ। ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਕਿਸਾਨਾਂ ਨਾਲ ਗੱਠਜੋੜ ਕਰਨਾ, ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਾਉਣ ਵਾਲੀ ਆਮ ਆਦਮੀ ਪਾਰਟੀ। ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ ਬੀਜੇਪੀ ਤੇ ਅਕਾਲੀ ਦਲ ਅੰਦਰੋਂ ਇੱਕ ਨੇ ਤੇ ਇਲੈਕਸ਼ਨ ਤੋਂ ਬਾਅਦ ਇਕੱਠੇ ਹੋ ਸਕਦੇ ਨੇ। ਅਕਾਲੀ ਬਸਪਾ ਗੱਠਜੋੜ ਵੱਡੀ ਲੀਡ ਦੇ ਨਾਲ ਸਰਕਾਰ ਬਣਾਉਣ ਜਾ ਰਿਹਾ। ਪੰਜਾਬ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਹਰ ਪਾਰਟੀ, ਹਰ ਉਮੀਦਵਾਰ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ 2022 ਦੇ ਵਿੱਚ ਜਿੱਤ ਹਾਸਲ ਕੀਤੀ ਜਾਵੇ। ਇਸੇ ਕਾਰਨ ਨਿਤ ਦਿਨ ਨਵੀਆਂ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਮੇਰੇ ਨਾਲ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਮੌਜੂਦ ਹੈਗੇ ਨੇ। 2022 ਨੂੰ ਲੈ ਕੇ ਕੀ ਰਣਨੀਤੀ ਚੱਲਦੀ ਪਈ ਹੈ, ਕਿਉਂਕਿ ਚਰਚਾ ਚੱਲ ਰਹੀ ਹੈ ਕਿ ਬਸਪਾ ਦੇ ਵੱਲੋਂ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਮੁੜ ਤੋਂ ਫੇਰ ਬਦਲ ਕੀਤਾ ਜਾ ਰਿਹਾ ਹੈ। ਕੀ ਕੁਝ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਗੱਲਬਾਤ ਕਰਦੇ ਹਾਂ। ਗੜੀ ਸਾਹਿਬ, ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ ਤੇ। ਧੰਨਵਾਦ ਕਾਲੂ ਸਾਹਿਬ, ਸ਼ੁਕਰੀਆ ਤੁਹਾਡਾ ਔਰ ਟੀਵੀ ਪੰਜਾਬ ਦੇ ਸਾਰੇ ਦਰਸ਼ਕਾਂ ਦਾ। ਪੰਜਾਬ 'ਚ ਲਗਾਤਾਰ ਵਿਚਰੇ ਹੋ ਵੱਖ-ਵੱਖ ਜਗ੍ਹਾ ਤੇ, ਕਿੱਦਾਂ ਸਿਆਸੀ ਮਾਹੌਲ ਕੀ ਨਜ਼ਰ ਆ ਰਿਹਾ? ਅਕਾਲੀ ਬਸਪਾ ਗੱਠਜੋੜ ਵੱਡੀ ਲੀਡ ਦੇ ਨਾਲ ਸਰਕਾਰ ਬਣਾਉਣ ਜਾ ਰਿਹਾ। ਲੱਗਦਾ ਲੋਕਾਂ ਦਾ ਹੁੰਗਾਰਾ ਮਿਲਦਾ ਪਿਆ। ਇੱਕੋ ਹੀ ਇੱਕ ਪਾਰਟੀ ਔਰ ਗੱਠਜੋੜ ਵਾ ਜਿਨ੍ਹਾਂ ਨੇ ਪਿਛਲੇ 1 ਸਾਲ 1.5 ਸਾਲ ਤੋਂ ਲਗਾਤਾਰ ਲੋਕਾਂ ਦੇ ਭਰਵੇਂ ਹੰਗਾਰੇ ਇੰਨੇ ਜ਼ਬਰਦਸਤ ਸੀ ਕਿ ਪੂਰੇ ਸੰਸਾਰ ਨੇ ਦੇਖੇ ਆ ਔਰ ਜ਼ਬਰਦਸਤ ਹੁੰਗਾਰਾ। ਅੱਛਾ, ਚਰਚਾ ਚੱਲ ਰਹੀ ਹੈ ਕਿ ਬਸਪਾ ਉਮੀਦਵਾਰਾਂ ਦਾ ਫੇਰ ਬਦਲ ਕਰਨ ਜਾ ਰਹੀ ਹੈ 1-2 ਦਿਨਾਂ ਦੇ ਵਿੱਚ। ਕੀ ਵਾਕਈ ਲੱਗਦਾ ਸੱਚਾਈ ਹੈਗੀ ਹੈ? ਨਹੀਂ, ਇੱਦਾਂ ਦਾ ਖਬਰ ਨਹੀਂ, ਇਹਨੂੰ ਜ਼ਿਆਦਾ ਮਿਸਕਨਸੈਪਟ ਕੀਤਾ ਗਿਆ। ਅਸਲ 'ਚ ਪਾਰਟੀ ਦੇ ਜਿੰਨੇ ਉਮੀਦਵਾਰ ਸੀ ਉਹਨਾਂ ਨੂੰ ਕੱਲ੍ਹ ਅਸੀਂ ਬੁਲਾ ਕੇ ਉਹਨਾਂ ਦਾ ਕੀ ਉਹਨਾਂ ਦੀ ਵਰਕਿੰਗ ਸਟਾਈਲ ਹੈ, ਕਿੱਦਾਂ ਉਹਨਾਂ ਨੂੰ ਜੋ ਪਾਰਟੀ ਨੇ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੇ ਬਕਾਇਦਾ ਰਿਪੋਰਟ ਮੰਗਾਈ ਸੀ ਔਰ ਮਾਨਯੋਗ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਕੱਲ੍ਹ ਅਸੀਂ 20 ਦੇ 20 ਕੈਂਡੀਡੇਟਾਂ ਨਾਲ ਮੀਟਿੰਗ ਕੀਤੀ ਆ ਔਰ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਆ ਉਹ ਉਹਨਾਂ ਦੀ ਵਰਕਿੰਗ ਰਿਵਿਊ ਜਿਹੜਾ ਹੈਗਾ ਆ ਉਹ ਰਿਪੋਰਟਿੰਗ ਲਈ ਆ, ਉਹ ਉੱਪਰ ਜਾਏਗੀ ਭੈਣ ਜੀ ਦੇ ਕੋਲ। ਔਰ ਕੱਲ੍ਹ ਨੂੰ ਵੀ ਸਾਡੀ ਜਿਹੜੀ ਹੈਗੀ ਆ 20+97 117 ਹੀ ਉਮੀਦਵਾਰਾਂ ਦੀ ਮੀਟਿੰਗ ਜਿਹੜੀ ਆ ਸਾਡੀ ਚੰਡੀਗੜ੍ਹ ਹੋ ਰਹੀ ਹੈ। ਅੱਛਾ, ਇਹ ਤੁਹਾਡੇ 20 ਦੇ ਵਿੱਚੋਂ ਕੋਈ ਫੇਰ ਬਦਲ ਹੋ ਸਕਦਾ, ਕੋਈ ਸੀਟ ਚੇਂਜ ਹੋ ਸਕਦੀ ਕੋਈ ਉਮੀਦਵਾਰ? ਦੇਖੋ, ਇਹਦਾ ਫੈਸਲਾ ਤਾਂ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਰਨਾ ਆ। ਹਾਲੇ ਤੱਕ ਇਦਾਂ ਦੀ ਕੋਈ ਸੰਭਾਵਨਾ ਲੱਗਦੀ ਨਹੀਂ, ਲੇਕਿਨ ਪਾਰਟੀ ਜੋ ਵੀ ਫੈਸਲਾ ਲਏਗੀ ਅਸੀਂ ਉਹਦਾ ਸਵਾਗਤ ਕਰਾਂਗੇ। ਅੱਛਾ, ਅਕਾਲੀ ਦਲ ਦੇ ਨਾਲ ਗੱਠਜੋੜ ਤੋਂ ਬਾਅਦ ਹੁਣ ਜਦੋਂ ਤੁਸੀਂ ਵਿਚਰਦੇ ਹੋ ਲੋਕਾਂ ਦੇ ਵਿੱਚ, ਤਾਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਕਿ ਗੱਠਜੋੜ ਦਾ ਕਿੰਨਾ ਕੁ ਵਾਧਾ ਹੋਇਆ? ਅੱਗੇ ਸਾਨੂੰ ਇਹ ਇੱਦਾਂ ਮਹਿਸੂਸ ਹੁੰਦਾ ਸੀਗਾ ਵੀ ਜਿੱਦਾਂ ਜਿਹੜਾ ਕੇਡਰ ਵਾ ਉਹ ਤਾਂ ਠੋਕ ਕੇ ਪੈਂਦਾ ਸੀਗਾ ਵੀ ਇਹ ਸਾਡੇ ਪਾਰਟੀ ਆ, ਸਾਡੇ ਲੋਕ ਲੱਗੇ ਹੋਏ ਨੇ। ਅੱਜ ਪੂਰੇ ਪੰਜਾਬ ਦੇ ਸਾਰੇ ਹੀ ਭਾਈਚਾਰੇ ਇੱਦਾਂ ਮਿਲਦੇ ਨੇ ਵੀ ਇਹ ਜਿੱਤਣ ਜਾ ਰਹੇ ਆ, ਇਹਨਾਂ ਦੀ ਪਾਰਟੀ ਜਿੱਤਣ ਜਾ ਰਹੀ ਆ, ਤੇ ਉਹ ਪਿਆਰ ਮੁਹੱਬਤ ਅੱਗੇ ਨਾਲੋਂ ਸੈਂਕੜੇ ਗੁਣਾ ਫੀਲਡ ਦੇ ਵਿੱਚ ਵੱਧ ਮਿਲ ਰਿਹਾ। ਅੱਛਾ, ਅੱਗੇ ਐਸੀ ਭਾਈਚਾਰੇ ਦੀ ਵੋਟ ਖੁੱਲ੍ਹ ਕੇ ਬਸਪਾ ਨੂੰ ਪੈਂਦੀ ਹੁੰਦੀ ਸੀਗੀ। ਇਸ ਵਾਰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਲੱਗਦਾ ਕਿ ਇਹਦੇ ਨਾਲ ਥੋੜ੍ਹਾ ਜਿਹਾ ਫਰਕ ਪਿਆ, ਵੋਟ ਵੰਡੀ ਗਈ ਹੈ? ਹਾਂ, ਬਿਲਕੁਲ ਫਰਕ ਪਿਆ ਜੀ। ਅੱਗੇ ਨਾਲੋਂ ਵੋਟ ਵਧੇਗੀ ਇਸ ਵਾਰੀ, ਕਿਉਂਕਿ ਕਾਂਗਰਸ ਨੇ ਜਿਹੜਾ ਡਰਾਮਾ ਕੀਤਾ ਉਹ ਪੂਰੇ ਦਾ ਪੂਰਾ ਦਲਿਤ ਸਮਾਜ ਨੇ ਨਕਾਰ ਦਿੱਤਾ। ਕਿੰਨਾ ਨਕਾਰ ਦਿੱਤਾ ਕਿ ਤੀਸਰੇ ਮਹੀਨੇ ਜਦੋਂ 90-95 ਦੇ ਨੇ ਇਹਨਾਂ ਨੂੰ ਮੁੱਖ ਮੰਤਰੀ ਬਣਿਆ ਨੂੰ ਹੋ ਗਏ ਸੀ ਚੰਨੀ ਸਾਹਿਬ ਨੂੰ, ਦੁਆਬੇ 'ਚ ਆ ਕੇ ਤਾਂ ਇੱਦਾਂ ਪੱਲਾ ਅੱਡ ਕੇ ਲੇਲੜੀਆਂ ਕੱਢ ਰਿਹਾ ਸੀ ਕਿ ਦੁਆਬੇ ਵਾਲਿਓ ਮੈਨੂੰ ਅਡੋਪਟ ਕਰ ਲਓ। ਵੀ ਦੁਆਬੇ ਵਾਲਿਆਂ ਨੇ ਤਾਂ ਬਾਬਾ ਸਾਹਿਬ ਅੰਬੇਡਕਰ ਨੂੰ ਅਡੋਪਟ ਕੀਤਾ, ਦੁਆਬੇ ਵਾਲਿਆਂ ਨੇ ਤਾਂ ਮਾਨੇਵਰ ਸਾਹਿਬ ਕਾਸ਼ੀ ਰਾਮ ਜੀ ਨੂੰ ਅਡੋਪਟ ਕੀਤਾ, ਦੁਆਬੇ ਵਾਲਿਆਂ ਤਾਂ ਨੀਲਾ ਝੰਡਾ ਹਾਥੀ ਅਡੋਪਟ ਕੀਤਾ, ਤੇ ਦੁਆਬੇ ਵਾਲੇ ਕਾਂਗਰਸ ਨੂੰ ਕਿੱਦਾਂ ਅਡੋਪਟ ਕਰ ਸਕਦੇ ਆ? ਔਰ ਇਹੀ ਮੁੱਖ ਮੰਤਰੀ ਆਦਮਪੁਰ ਆ ਕੇ ਬਿਆਨ ਦਿੰਦਾ, ਕਹਿੰਦਾ ਮੇਰੀ ਕਾਂਗਰਸ ਦੀ ਸਰਕਾਰ ਨੂੰ ਹੀ ਬਹੁਜਨ ਸਮਾਜ ਦੀ ਸਰਕਾਰ ਮੰਨ ਲਓ। ਮਤਲਬ ਇੰਨਾ ਬੁਰੀ ਤਰ੍ਹਾਂ ਨਾਲ ਕਾਂਗਰਸ ਪਰੇਸ਼ਾਨ ਸੀ ਕਿ ਹਾਥੀ ਨੂੰ ਰੋਕਿਆ ਕਿੱਦਾਂ ਜਾਵੇ। ਔਰ ਖੁਸ਼ੀ ਦੀ ਗੱਲ ਹੈ ਕਿ ਪੂਰੇ ਜਿਹੜਾ
ਅੱਗੇ ਨਾਲੋਂ ਵੋਟਾਂ ਵਧਣਗੀਆਂ। ਪਰ ਚੰਨੀ ਸਾਹਿਬ ਕਹਿੰਦੇ ਨੇ ਕਿ ਹੁਣ ਲੋਕ ਖੁਸ਼ ਵੀ ਨਜ਼ਰ ਆਉਂਦੇ, ਲੋਕ ਕਹਿੰਦੇ ਨੇ ਕਿ ਇੱਕ ਐਸੀ ਭਾਈਚਾਰੇ ਦੇ ਵਿੱਚੋਂ ਇੱਕ ਸੀਐਮ ਬਣਿਆ, ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੈਗੀ ਹੈ। ਦੇਖੋ, ਮੈਂ ਗੱਲ ਕਰਦਾ ਆ ਕਿ ਲੋਕਾਂ ਦੀ ਖੁਸ਼ੀ ਕਿਸੇ ਜਾਤੀ ਬਰਾਦਰੀ ਨਾਲ, ਧਰਮ ਨਾਲ ਕਿਹੜਾ ਬਣ ਰਿਹਾ ਨਹੀਂ ਹੋਣੀ ਹੈਗੀ। ਲੋਕਾਂ ਨੂੰ ਅਸਲੀ ਖੁਸ਼ੀ ਉਹਨਾਂ ਦੇ ਪੱਖ ਦੀਆਂ ਕਿਆ ਪਾਲਿਸੀਆਂ ਬਣ ਰਹੀਆਂ, ਉਹਨਾਂ ਨੂੰ ਕਿਆ ਸੁੱਖ ਸਹੂਲਤਾਂ ਆ ਰਹੀਆਂ, ਉਹਨਾਂ ਲਈ ਸਿਹਤ, ਸਿੱਖਿਆ, ਰੁਜ਼ਗਾਰ ਤੇ ਕਿਆ ਕੰਮ ਹੋ ਰਿਹਾ, ਇਹ ਤਾਂ ਖੁਸ਼ੀ ਉਹਨਾਂ ਆਉਣੀ ਆ। ਹੁਣ ਇਹਨਾਂ ਨੇ ਰੋਜ਼ਗਾਰ ਦੇ ਮਾਮਲੇ 'ਚ ਵੱਡੇ ਵੱਡੇ ਬੋਰਡ ਲਾਤੇ ਹੈ ਕਿ 36,000 ਮੁਲਾਜ਼ਮ ਕੀਤੇ ਪੱਕੇ, ਲੇਕਿਨ ਅੱਜ ਪਤਾ ਲੱਗ ਗਿਆ ਸਾਰੇ ਪੰਜਾਬ ਨੂੰ ਇੱਕ ਵੀ ਨਹੀਂ ਹੋਇਆ। ਅਸੀਂ ਉਸੇ ਦਿਨ ਕਹਿ ਦਿੱਤਾ ਸੀਗਾ ਵੀ ਜੇ ਪਹਿਲੀ ਗੱਲ ਤਾਂ 36,000 ਦੀ ਫਿਗਰ ਕਦੇ ਨਹੀਂ ਬਣ ਸਕਦੀ। ਕਿਸੇ ਡਿਪਾਰਟਮੈਂਟ ਦੇ 508 ਹੈ, ਕਿਸੇ ਦੇ 1309 ਹੈ, ਕਿਸੇ ਦੇ ਕੁਛ ਹੈ, ਰਾਊਂਡ ਫਿਗਰ ਕਿੱਦਾਂ ਆ ਗਈ? ਅੱਛਾ, ਫਿਰ ਅਸੀਂ ਇਹ ਕਹਿੰਦੇ ਰਹੇ ਕਿ ਜਿਹੜਾ ਇਹ ਮੁੱਖ ਮੰਤਰੀ ਕਾਂਗਰਸ ਨੇ ਲਾਇਆ ਇਹ ਐਲਾਨ ਜੀਤ ਹੈ ਔਰ ਵਿਸ਼ਵਾਸਘਾਤ ਜੀਤ ਹੈ। ਲੋਕਾਂ ਦਾ ਵਿਸ਼ਵਾਸ ਨਾਲ ਘਾਤ ਕਰਨ ਲਈ ਲਗਾਇਆ, ਅੱਜ ਉਹ ਸਿੱਧ ਹੋ ਗਿਆ ਹੈ ਜੀ। ਜਿੰਨੇ ਉਹਦੇ ਐਲਾਨ ਸੀਗੇ ਉਹ ਲੋਕੀ ਤਾਂ ਹੁਣ ਵਾਇਰਲ ਕਰੀ ਜਾਂਦੇ, ਹਰ ਚੀਜ਼ ਨੂੰ ਵਾਇਰਲ ਕਰ ਰਹੇ ਆ ਬਈ ਸਭ ਆਜ਼ਾਦੀ ਦੇ 74 ਸਾਲਾਂ ਦਾ ਸਭ ਤੋਂ ਝੂਠਾ ਮੁੱਖ ਮੰਤਰੀ ਸਿੱਧ ਹੋ ਗਿਆ, ਇੱਕ ਨੰਬਰ ਤੇ ਆ ਗਿਆ। ਉਹ ਕਹਿੰਦੇ ਮੈਂ ਤਾਂ ਕਈ ਤਰ੍ਹਾਂ ਦੇ ਕਹਿੰਦੇ ਐਲਾਨ ਕੀਤੇ ਹੋਏ ਨੇ, ਲੋਕ ਖੁਸ਼ ਵੀ ਨੇ। ਦੇਖੋ, ਲੋਕ ਜੇ ਐਲਾਨਾਂ ਨਾਲ ਖੁਸ਼ ਹੁੰਦੇ ਫਿਰ ਤਾਂ ਕੈਪਟਨ ਨੇ ਬਹੁਤ ਸੋਹਣੇ ਕਰਤੇ ਸੀਗੇ ਜੀ। ਲੋਕ ਤਾਂ ਐਲਾਨਾਂ ਤੋਂ ਕਦੀ ਖੁਸ਼ ਨਹੀਂ ਹੁੰਦੇ, ਤੇ ਲੋਕ ਕੰਮ ਭਾਲਦੇ ਆ, ਕੰਮ ਹੋਣਾ ਚਾਹੀਦਾ ਸੀਗਾ। ਦੇਖੋ, ਜਿੰਨੇ ਬੇਰੋਜ਼ਗਾਰ ਕਾਮੇ ਆ, ਕੋਈ ਕੁਛ ਉਹਨਾਂ ਨੂੰ ਕੋਈ ਨੌਕਰੀਆਂ ਮਿਲ ਜਾਂਦੀਆਂ। ਅੱਛਾ, ਤੁਸੀਂ ਕਿੱਦਾਂ ਵੇਖਦੇ ਹੋ ਚੰਨੀ ਹੋਣਾ ਦੇ ਕੰਮਾਂ ਨੂੰ, ਕਿਉਂਕਿ ਉਹ ਕਹਿੰਦੇ 1100 ਦਿਨਾਂ ਦਾ ਕੰਮ ਹੈ 111 ਦਿਨਾਂ 'ਚ ਕਰਤਾ ਕਹਿੰਦੇ। ਦੇਖੋ, ਮੈਂ ਫਿਰ ਬੇਨਤੀ ਕਰਦਾ ਕਿ ਉਹਨਾਂ ਨੇ ਜਦੋਂ 60 ਦਿਨ ਪੂਰੇ ਹੋਏ ਤਾਂ 60 ਐਲਾਨ ਅਖਬਾਰਾਂ 'ਚ ਛਪਵਾਏ, ਔਰ 40 ਦਿਨਾਂ ਬਾਅਦ ਇਹਨਾਂ ਨੇ 100 ਐਲਾਨ ਕੀਤੇ, ਫਿਰ 100 ਛਪਵਾਏ। ਜਿਹੜੇ ਪਹਿਲੇ 60 ਐਲਾਨ ਪਹਿਲੇ ਪੇਪਰ 'ਚ ਛਪ ਗਏ 60 ਦਿਨ, 40 ਦਿਨਾਂ ਬਾਅਦ ਉਹਨਾਂ 'ਚ ਕੋਈ ਇੰਪਰੂਵਮੈਂਟ ਨਹੀਂ, ਉੱਥੇ ਹੀ ਖੜੇ ਨੇ। ਮਤਲਬ 40 ਦਿਨ ਜਿਹੜੇ ਉਹ ਪਹਿਲੇ 60 ਬਿੰਦੂ ਨੇ, ਜਦੋਂ ਦੋ ਅਖਬਾਰਾਂ ਅੱਗੇ ਰੱਖ ਲੈਂਦੇ ਆ, ਉੱਥੇ ਜ਼ੀਰੋ ਤੇ ਖੜੀ ਗੱਡੀ ਜੀ। ਇਹਦਾ ਮਤਲਬ ਉਹ ਸਿਰਫ ਐਲਾਨ ਹੀ ਸੀਗੇ। ਔਰ ਆਮ ਲੋਕਾਂ ਨੂੰ ਪੁੱਛੋ ਤਾਂ ਸਹੀ ਜੀ, ਮਿਲਿਆ ਕਿਆ? ਵੀ ਚੰਨੀ ਸਾਹਿਬ ਰਹਿ ਗਿਆ ਮੁੱਖ, ਆਮ ਲੋਕਾਂ ਨੂੰ ਕਿਆ ਮਿਲਿਆ? ਇਹ ਕਹਿੰਦੇ ਅਸੀਂ ਬਿਜਲੀ ਦੇ ਬਿੱਲ ਸਸਤੇ ਕੀਤੇ। ਵੀ ਤੁਸੀਂ ਜੇ ਤੁਸੀਂ 58 ਮਹੀਨੇ ਬਿੱਲ ਲੈ ਲਏ, ਤੁਸੀਂ 2 ਮਹੀਨੇ ਹੋਰ ਲੈ ਲੈਂਦੇ। 58 ਮਹੀਨੇ ਤੁਸੀਂ 5-5000 ਨੂੰ ਰੇਤੇ ਦੀਆਂ ਟਰਾਲੀਆਂ, 5000, 58 ਮਹੀਨੇ ਤੱਕ ਖੂਬ ਲੁੱਟ ਲਿਆ, ਹਰ ਚੀਜ਼ 'ਚੋਂ ਲੁੱਟ ਲਿਆ। ਤੁਸੀਂ 2 ਮਹੀਨੇ ਸਹੂਲਤਾਂ ਦੇਣੀਆਂ ਚਾਹੁੰਦੇ ਹੋ। ਹੁਣ ਦੇਖੋ ਕਿੰਨੇ ਮਤਲਬ ਕਿੰਨੇ ਝੂਠੀ ਪਾਰਟੀ ਕਾਂਗਰਸ ਦੀ। ਸਿੱਧੂ ਸਾਹਿਬ ਕਹਿੰਦਾ ਮੈਂ ਹੁਣ ਸਰਕਾਰ ਬਣਾਉਣੀ ਆ 22 'ਚ ਕਾਂਗਰਸ ਦੀ, ਮੈਂ 5000 ਦਊਂ, ਮੈਂ 25000 ਦਊਂ, ਮੈਂ ਸਕੂਟਰੀ ਦਊਂ। ਬਈ ਸਿੱਧੂ ਸਾਹਿਬ ਇਹੀ ਗੱਲਾਂ ਰਾਜਾ ਬੜਿੰਗ ਜੀ ਕਰਦੇ ਹੁੰਦੇ ਸੀ 17 'ਚ, ਇਹੀ ਗੱਲਾਂ 'ਚ ਤੁਸੀਂ ਕਰਦੇ। ਅੱਜ ਕਿਹਦੀ ਸਰਕਾਰ ਹੈ? ਅੱਜ ਕਿਹਦੀ ਸਰਕਾਰ ਸੀ? ਮਤਲਬ ਪੂਰਾ ਪੰਜਾਬ ਜਾਣ ਚੁੱਕਾ ਹੈ ਜੀ ਇਹਨਾਂ ਬਾਰੇ, ਕੀ ਬੋਲਣਾ ਹੁਣ ਇਹਨਾਂ ਬਾਰੇ। ਉਹ ਕਹਿੰਦੇ ਮੈਨੂੰ ਤਾਂ ਸਮਾਂ ਥੋੜਾ ਮਿਲਿਆ, ਕਹਿੰਦੇ ਨੇ ਕਿ ਹੁਣ ਇੱਕ ਮੌਕਾ ਕਹਿੰਦੇ ਹੋਰ ਚਾਹੀਦਾ, ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਰਾਜ ਕਰ ਗਏ। ਦੇਖੋ, ਜਿਹੜਾ ਇਹਨਾਂ 99 ਦਿਨਾਂ ਦੇ ਮੁੱਖ ਮੰਤਰੀ ਮਾਨਯੋਗ ਚੰਨੀ ਸਾਹਿਬ ਬਣੇ ਆ, ਜਾਂ ਕਾਂਗਰਸ ਦੂਜਾ ਮੌਕਾ ਭਾਲਦੀ ਆ, ਤਾਂ ਕਾਂਗਰਸ 5 ਸਾਲਾਂ ਦਾ ਬਲੂ ਪ੍ਰਿੰਟ ਜਾਰੀ ਕਰੇ, ਵਾਈਟ ਪੇਪਰ ਜਾਰੀ ਕਰੇ ਕਿ ਜਿਹੜੀ ਘਰ ਘਰ ਨੌਕਰੀ ਦਾ ਕੀ ਬਣਿਆ। ਤੁਸੀਂ ਵਿਧਵਾਵਾਂ ਨੂੰ 2500 ਪੈਨਸ਼ਨ, ਬੁਢਾਪਾ ਪੈਨਸ਼ਨ 2500, ਬੇਰੁਜ਼ਗਾਰਾਂ ਨੂੰ ਭੱਤੇ ਦੇਣੇ ਸੀਗੇ, ਗਰੀਬਾਂ ਨੂੰ ਤੁਸੀਂ ਦੁੱਧ ਘਿਓ ਖੰਡ ਦੇਣਾ ਸੀਗਾ, ਤੁਸੀਂ ਗਰੀਬਾਂ ਦੇ ਕਰਜ਼ੇ ਮਾਫ ਕਰਨੇ ਸੀਗੇ। ਕੋਈ ਵਾਈਟ ਪੇਪਰ ਹੀ ਜਾਰੀ ਕਰਦੇ ਹੋ, ਮਤਲਬ ਕੱਖ ਵੀ ਜਾਰੀ ਨਹੀਂ ਕਰ ਸਕੇ, ਕੱਖ ਵੀ ਜਾਰੀ ਨਹੀਂ ਕਰ ਸਕੇ। ਗੁਰਬਾਣੀ ਮੱਥੇ ਨੂੰ ਲਾ ਲਈ, ਇਹ ਸਾਰੇ ਉਦੋਂ ਵਿੱਚ ਹੀ ਸੀਗੇ। ਚੰਨੀ ਵੀ ਉਸੇ ਸਟੇਜ ਤੇ ਖੜਾ, ਰੰਧਾਵਾ ਵੀ ਉੱਥੇ ਹੀ ਖੜਾ ਆ, ਜਾਖੜ ਵੀ ਉੱਥੇ ਹੀ ਖੜਾ, ਸਾਰੇ ਹੀ ਉੱਤੇ ਖੜੇ। ਇਹਦਾ ਮਤਲਬ ਇੱਕ ਨੇ ਜਦੋਂ ਸਰਦਾਰ ਨੇ, ਗੈਂਗ ਦੇ ਸਰਦਾਰ ਨੇ ਲਾ ਲਈ ਤਾਂ ਸਾਰਿਆਂ ਨੇ ਲਾ ਲਈ, ਉਸ ਕਸਮ 'ਚ ਸਾਰੇ ਹੀ ਸ਼ਾਮਲ ਸੀਗੇ। ਕੁਝ ਵੀ ਨਹੀਂ ਕੀਤਾ ਜੀ। ਅੱਛਾ, ਕਈ ਪ੍ਰਾਪਤੀਆਂ ਗਿਣਾਉਂਦੇ ਨੇ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਾਪਤੀ ਵਿਕਰਮ ਮਜੀਠੀਆ ਦੇ FIR ਦਰਜ ਨੂੰ ਵੀ ਕਰਵਾਉਂਦੇ ਨੇ। ਕਹਿੰਦੇ ਨੇ ਕਿ ਕੈਪਟਨ ਬਚਾਉਂਦੇ ਆਏ ਨੇ, ਕਹਿੰਦੇ ਮੈਂ ਜੁਰਤ ਕੀਤੀ ਤੇ FIR ਦਰਜ ਕਰਤੀ। ਕਹਿੰਦੇ ਦੇਖੋ, ਉਹਨਾਂ ਦੀਆਂ 100 ਐਲਾਨਾਂ ਦੀਆਂ 100 ਪ੍ਰਾਪਤੀਆਂ ਆ, ਇਹ 101 ਰੱਖ ਲਈਏ। 100 ਪ੍ਰਾਪਤੀਆਂ 'ਚ ਇਹ ਵੀ ਲਿਖਿਆ ਕਿ ਮੈਂ 8ਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਵਰਦੀ ਦੇਵਾਂਗਾ, ਉਹਦੇ 'ਚ ਇਹ ਵੀ ਲਿਖਿਆ ਮੈਂ ਪੰਜਾਬੀ ਲਾਗੂ ਕਰਾਵਾਂਗਾ। ਇੱਦਾਂ ਤਾਂ ਭਲਾ 1 ਲੱਖ ਐਲਾਨ ਜਾਰੀ ਕਰ ਦਿਓ ਜੀ, ਇੱਦਾਂ ਦੀਆਂ 1 ਲੱਖ ਪ੍ਰਾਪਤੀਆਂ ਕਰ ਲਓ ਜੀ। ਇਸ ਕਰਕੇ ਇਹ ਜੇ ਇਹ ਪ੍ਰਾਪਤੀ ਆ ਉਹਦੀ, ਤੇ ਫਿਰ ਉਹ ਹਾਈ ਕੋਰਟ ਨੇ ਜ਼ਮਾਨਤ ਕਿਉਂ ਦੇ ਦਿੱਤੀ? ਕਹਿੰਦੇ ਜ਼ਮਾਨਤ ਤਾਂ ਦੇਤੀ, ਕਹਿੰਦੇ ਅਜੇ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਣਗੇ, ਕਹਿੰਦੇ ਉਦੋਂ ਫਿਰ ਸਾਰਾ ਕੁਝ ਨਿਕਲ ਕੇ ਬਾਹਰ ਆਏਗਾ। ਦੇਖੋ, ਮੈਂ ਫਿਰ ਬੇਨਤੀ ਕਰਦਾ ਕਿ ਕਾਂਗਰਸ ਨੇ ਸਿਹਤ, ਸਿੱਖਿਆ, ਰੋਜ਼ਗਾਰ ਤੇ ਕਿਆ ਕੀਤਾ? ਆਮ ਲੋਕਾਂ ਦਾ ਭਲਾ ਸਿਆਸੀ ਰੰਜਿਸ਼ਬਾਜੀ, ਸਿਆਸੀ ਕਿੜਬਾਜੀ ਨਾਲ ਨਹੀਂ ਹੋਣਾ।
ਪੰਜਾਬ ਦਾ ਭਲਾ ਸਿਹਤ ਸਿੱਖਿਆ ਰੋਜ਼ਗਾਰ ਤੇ ਹੋਣਾ। ਸਿਹਤ ਦੇ ਮਾਮਲੇ ਦੇ ਵਿੱਚ ਅਸੀਂ ਕਿੰਨਵੇਂ ਨੰਬਰ ਤੇ ਆ ਅੱਜ? ਕਿ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਿਆ ਆ। ਹਕੂਮਤ ਆਪਣੇ ਸਿਟੀਜ਼ਨ ਦਾ ਇਲਾਜ ਕਰਨ ਤੋਂ ਭੱਜ ਰਹੀ ਆ। ਸਿੱਖਿਆ ਦੇ ਮਾਮਲੇ 'ਚ ਅਸੀਂ 18ਵੇਂ 21ਵੇਂ ਨੰਬਰ ਤੇ ਆ ਗਏ ਆ ਪੂਰੇ ਦੇਸ਼ ਦੇ ਵਿੱਚ। ਸਿੱਖਿਆ ਦਾ ਤੰਤਰ ਜ਼ੀਰੋ ਵੱਲ ਨੂੰ ਵਧਿਆ ਆ ਔਰ ਬ੍ਰੇਨ ਡਰੇਨ ਹੋ ਰਿਹਾ ਸਾਡਾ। ਵਧੀਆ ਦਿਮਾਗ ਸਾਡੇ ਆਈਲਟਸਾਂ ਟੌਫਲਾਂ ਕਰਕੇ ਬਾਹਰ ਨਿਕਲ ਰਹੇ ਆ। ਰੋਜ਼ਗਾਰ ਦੇ ਮਾਮਲੇ ਦੇ ਵਿੱਚ ਸਾਡੀ ਸਾਰੀ ਜਿਹੜੀ ਵਰਕਫੋਰਸ ਹੈ ਯੂਰਪ, ਕੈਨੇਡਾ, ਅਮਰੀਕਾ ਔਰ ਅਰਬ ਦੇਸ਼ਾਂ ਨੂੰ ਜਾ ਰਹੀ ਆ। ਹੈ ਕੀ ਬਚਿਆ ਇੱਥੇ? ਪੰਜਾਬ ਉਜਾੜਿਆ ਕਿਨ ਪੰਜਾਬ? ਸਾਡੇ ਸਵਾਲ ਇਹ ਨਹੀਂ ਕਿ ਕਿਹਨੂੰ ਉਜਾੜਿਆ, ਕਿਹੜਾ ਕਿਆ ਬੋਲਿਆ। ਸਵਾਲ ਇਹ ਆ ਪੰਜਾਬ ਨੂੰ ਕਿਹਨੇ ਉਜਾੜਿਆ। ਸਵਾਲ ਇਹੀ ਹੈ ਗੜੀ ਸਾਹਿਬ, ਹਰ ਲੀਡਰ ਚਾਹੇ ਕੇਜਰੀਵਾਲ ਦੀ ਸਰਕਾਰ ਹੋਵੇ ਚਾਹੇ ਪੰਜਾਬ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਹੋਣ, ਇਹੀ ਗੱਲ ਕਰਦੇ ਨੇ ਕਿ ਪੰਜਾਬ ਨੂੰ ਉਜਾੜਿਆ ਕਿੰਨੇ ਆ। ਜਾਂ ਤਾਂ ਇੱਥੇ ਅਕਾਲੀ ਦਲ ਨੇ ਰਾਜ ਕੀਤਾ ਜਾਂ ਕਾਂਗਰਸ ਨੇ ਕੀਤਾ। ਦੇਖੋ, ਜਦੋਂ ਵੀ ਪੰਜਾਬ ਨੂੰ ਕਿਸੇ ਨੇ ਬਣਾਉਣਾ ਤਾਂ ਹਕੂਮਤ ਨੇ ਬਣਾਉਣਾ। ਅੱਜ ਇੰਗਲੈਂਡ, ਅਮਰੀਕਾ, ਯੂਰਪ ਕੰਟਰੀਆਂ ਨੇ, ਉਹਨਾਂ ਦੇਸ਼ਾਂ 'ਚ ਸਿਹਤ ਸਿੱਖਿਆ ਰੋਜ਼ਗਾਰ ਕੌਣ ਦੇ ਰਿਹਾ? ਉੱਥੋਂ ਦੀਆਂ ਹਕੂਮਤਾਂ ਦੇ ਰਹੀਆਂ ਨੇ। ਉੱਥੋਂ ਦੀਆਂ ਹਕੂਮਤਾਂ ਐਟਮੋਸਫੀਅਰ ਦਾ, ਵਾਤਾਵਰਣ ਦਾ ਧਿਆਨ ਰੱਖਦੀਆਂ ਨੇ। ਕੋਈ ਵਾਇਓਲੇਟ ਕਰਦਾ ਜਾਂ ਚਲਾਨ ਲੱਗਦੇ ਨੇ। ਮਤਲਬ ਫਿਰ ਹਕੂਮਤਾਂ ਦੀ ਨਲਾਇਕੀ ਰਹੀ, ਚਾਹੇ ਅਕਾਲੀ ਦਲ ਦੇ ਹੋਣ ਚਾਹੇ ਫਿਰ ਕਾਂਗਰਸ ਦੇ ਹੋਣ। ਉਹ ਹਕੂਮਤ ਕਿਸੇ ਵੀ ਪਾਰਟੀ ਨੇ ਕੀਤੀ ਆ। ਇਸ ਕਰਕੇ ਜਦੋਂ ਵੀ ਪੰਜਾਬ ਨੂੰ ਬਣਾਇਆ ਜਾਏਗਾ ਉਹ ਹਕੂਮਤ ਬਣਾਏਗੀ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਪੰਜਾਬੀਆਂ ਨੂੰ ਕਿ ਅਸੀਂ ਤੁਹਾਡੇ ਪੰਜਾਬ ਦੇ ਚੌਕੀਦਾਰ ਹਾਂ। ਅਸੀਂ ਪੰਜਾਬ ਦੀ ਚੌਕੀਦਾਰੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਅਸੀਂ ਕੀਤਾ, ਲੇਕਿਨ ਸਾਡੀ ਚੌਕੀਦਾਰੀ ਸਾਡੀ ਬਾਜ਼ ਅੱਖ ਨੀਤੀਆਂ ਤੇ, ਪਾਲਿਸੀਆਂ ਤੇ, ਸਿਹਤ ਸਿੱਖਿਆ ਰੋਜ਼ਗਾਰ ਨੂੰ ਲਾਗੂ ਕਰਾਉਣ ਲਈ ਹੋਏਗੀ। ਪੰਜਾਬ ਦੇ ਭਲੇ ਲਈ ਹੋਗੀ, ਪੰਜਾਬੀਆਂ ਦੇ ਭਲੇ ਲਈ ਹੋਏਗੀ। ਔਰ ਜਿਹੜਾ ਅਸੀਂ ਸੋਚਦੇ ਹਾਂ ਵਿਜ਼ਨ ਕਿ ਪੰਜਾਬ ਇੱਕ ਇੰਡਸਟਰੀਅਲ ਹੱਬ ਬਣਨਾ ਚਾਹੀਦਾ। ਜਿਸ ਤਰੀਕੇ ਨਾਲ 3 ਕਰੋੜ ਦੀ ਆਬਾਦੀ ਚਾਹੀਏ, ਇੱਥੇ ਜ਼ਮੀਨਾਂ ਜਿਹੜੀਆਂ ਆ ਸੱਤਿਆਨਾਸ਼ ਹੋ ਗਿਆ, ਪ੍ਰੋਡਕਸ਼ਨ ਦਾ ਸੱਤਿਆਨਾਸ਼ ਹੋ ਗਿਆ। ਜਿਹੜਾ ਪਹਿਲਾ ਗ੍ਰੀਨ ਰੈਵੋਲੂਸ਼ਨ ਸੀ ਉਹ ਪੰਜਾਬ ਵੱਲੋਂ ਫੇਲੀਅਰ ਦੇ ਕਗਾਰ ਤੇ ਪੁੱਜ ਹੁਣ ਤਾਂ ਸੈਕੰਡ ਦੀ ਜ਼ਰੂਰਤ ਹੈ। ਦਾਲਾਂ ਇੰਪੋਰਟ ਕਰਨੀਆਂ ਪੈ ਰਹੀਆਂ, ਤੇਲ ਇੰਪੋਰਟ ਕਰਨੇ ਪੈ ਰਹੇ ਆ ਖਾਣੇ ਵਾਲੇ। ਇੱਥੇ ਹਰ ਚੀਜ਼ ਇੱਥੋਂ ਕੱਢੀ ਜਾ ਸਕਦੀ ਆ, ਪ੍ਰੋਸੈਸ ਕੀਤੀ ਜਾ ਸਕਦੀ ਆ। ਇੰਡੀਆ ਕੋਲ ਤਾਂ 130 ਕਰੋੜ ਢਿੱਡ ਹੈ ਖਾਣੇ ਵਾਲਾ, ਤੇ ਪੰਜਾਬ ਦੇ ਕੋਲ ਜ਼ਮੀਨ ਇੰਨੀ 130 ਕਰੋੜ ਨੂੰ ਖਿਲਾ ਸਕਦੀ ਆ। ਫੂਡ ਪ੍ਰੋਸੈਸਿੰਗ ਫੈਕਟਰੀਆਂ ਦੀ ਇਹ ਤਾਂ ਹੱਬ ਬਣ ਸਕਦਾ ਸੀ। ਇੰਡਸਟਰੀ ਦੀ ਹੱਬ ਇਹ ਬਣ ਸਕਦਾ ਸੀ। ਹੌਜਰੀ ਦੀ ਹੱਬ ਇਹ ਬਣ ਸਕਦਾ, ਸਾਈਕਲ ਦੀ ਹੱਬ ਇਹ ਬਣ ਸਕਦਾ, ਟਰੈਕਟਰਾਂ ਦੀ ਹੱਬ ਇਹ ਬਣ ਸਕਦਾ। ਕਿਉਂ ਨਹੀਂ ਐਟਮੋਸਫੀਅਰ ਦਿੱਤਾ ਜਾ ਰਿਹਾ? ਅਸੀਂ ਪੰਜਾਬ ਨੂੰ ਭਰੋਸਾ ਦਿਵਾਉਣਾ ਚਾਹੁੰਦੇ, ਪੰਜਾਬੀਆਂ ਨੂੰ। ਅਸੀਂ ਐਟਮੋਸਫੀਅਰ ਕ੍ਰੀਏਟ ਕਰਕੇ ਇੱਥੇ ਦੇਣਾ ਚਾਹੁੰਦੇ ਹਾਂ। ਤੁਸੀਂ ਕੋਈ ਨੀਤੀਆਂ ਰੱਖੀਆਂ ਨੇ ਸੁਖਬੀਰ ਬਾਦਲ ਹੋਣਾ ਅਕਾਲੀ ਦਲ ਦੇ ਅੱਗੇ ਕਿ ਇਹ ਨੀਤੀਆਂ ਅਸੀਂ ਲਾਗੂ ਕਰਵਾਵਾਂਗੇ ਜੇ ਸਰਕਾਰ ਆ ਗਈ ਤਾਂ? ਹਾਂ, ਬਿਲਕੁਲ। ਕਿਹੜੀਆਂ? ਜਦੋਂ ਵੀ ਅੱਜ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਤੁਹਾਡੇ ਨਾਲ, ਇਹ ਨੀਤੀਆਂ ਹੀ ਤਾਂ ਹੈ। ਜਿਹੜਾ ਅਸੀਂ 13 ਸੂਤਰੀ ਪ੍ਰੋਗਰਾਮ ਦਿੱਤਾ, 1 ਲੱਖ ਸਰਕਾਰੀ ਨੌਕਰੀ, 10 ਲੱਖ ਪ੍ਰਾਈਵੇਟ ਰੋਜ਼ਗਾਰ, ਉਹ ਇਹੀ ਤਾਂ ਹੈ। ਜਿਹੜਾ ਅਸੀਂ ਸਿਹਤ ਦੇ ਮਾਮਲੇ ਦੇ ਵਿੱਚ ਇਹ ਕਿਹਾ ਕਿ 10 ਲੱਖ ਤੱਕ ਦਾ ਫ੍ਰੀ ਇਲਾਜ ਕਰਾਉਣਾ। ਅਸੀਂ ਹਰ ਸਿਟੀਜ਼ਨ ਦੀ ਸਿਹਤ ਦੇ ਰਾਖੇ ਬਣਨਾ ਚਾਹੁੰਦੇ ਹਾਂ। ਅਸੀਂ ਜਿਹੜਾ ਇਹ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਵਿੱਦਿਆ ਜਿਹੜੀ ਐਜੂਕੇਸ਼ਨ ਆ ਉੱਤੇ ਵਰਕ ਕਰਨਾ, ਨਵੇਂ ਸਿਰਿਓਂ ਫੁੱਲ ਫਲੈਸ਼ ਲਾਗੂ ਕੀਤੀ ਜਾਏਗੀ। ਔਰ ਅਸੀਂ ਜਿਹੜਾ ਇਹ ਕਿਹਾ ਕਿ ਪੰਜਾਬ ਤੋਂ ਬਾਹਰ ਜਿਹੜਾ ਵੀ ਬੱਚਾ ਪੜ੍ਹਨਾ ਚਾਹੁੰਦਾ, ਚਾਹੇ ਵਿਦਿਨ ਦਾ ਕੰਟਰੀ ਚਾਹੇ ਆਊਟ ਆਫ ਕੰਟਰੀ, ਉਹਨੂੰ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਜਿਹੜਾ ਆ, ਤਾਂ ਜੋ ਕਿਸੇ ਦੇ ਬੱਚੇ, ਕਿਸੇ ਦੇ ਧੀਆਂ ਪੁੱਤ, ਨਾ ਤਾਂ ਉਹਨੂੰ ਜ਼ਮੀਨਾਂ ਔਰ ਘਰ ਗਿਰਵੀ ਰੱਖ ਕੇ ਪੜ੍ਹਾਉਣੇ ਪੈਣ, ਨਾ ਉਹਨਾਂ ਨੂੰ ਧੀਆਂ ਪੁੱਤਾਂ ਦਾ ਵੇਚਣ ਦਾ ਸੌਦਾ ਕਰਨਾ ਪਵੇ। ਕਿਉਂਕਿ ਮੁੰਡਾ ਲੱਭਿਓ ਜੀ ਪੈਸੇ ਵਾਲਾ, ਕੁੜੀ ਨੇ ਆਈਲੈਟਸ ਕਰ ਲਈ, ਕੁੜੀ ਲੱਭਿਓ ਕੋਈ ਪੈਸੇ ਵਾਲੀ, ਮੁੰਡੇ ਨੇ ਆਈਲੈਟਸ ਕਰ ਲਈ। ਅਸੀਂ ਪੰਜਾਬ ਦੇ ਧੀਆਂ ਪੁੱਤਾਂ ਦੀਆਂ ਸੱਧਰਾਂ ਦੇ ਰਾਖੇ ਬਣਨਾ ਚਾਹੁੰਦੇ। ਇਹ ਅਸੀਂ ਜਿਹੜੇ ਇਹ ਪੁਆਇੰਟ ਬਣਾਏ ਨੇ, ਇਸੇ ਕਰਕੇ ਬਣਾਏ ਨੇ। ਅੱਛਾ, ਕੁਝ ਇਦਾਂ ਦਾ ਮਾਡਲ ਨਵਜੋਤ ਸਿੰਘ ਸਿੱਧੂ ਤਿਆਰ ਕਰੀ ਬੈਠੇ ਨੇ, ਕਹਿੰਦੇ ਨੇ ਕਿ ਪੰਜਾਬ ਮਾਡਲ ਮੈਂ ਲੈ ਕੇ ਆਵਾਂਗਾ। ਅੱਜ ਇੱਕ ਨੀਤੀ ਵੀ ਐਲਾਨ ਲੱਗੇ ਨੇ, ਕਿੱਦਾਂ ਵੇਂਦੇ ਉਹਨਾਂ ਦੇ ਪੰਜਾਬ ਮਾਡਲ ਨੂੰ? ਦੇਖੋ, ਸਿੱਧੂ ਸਾਹਿਬ ਨੂੰ ਇਹ ਗਲੋਰੀਅਸ ਪੀਰੀਅਡ ਸੀ 5 ਸਾਲ ਦਾ। ਮੇਰਾ ਸਿੱਧੂ ਸਾਹਿਬ ਨੂੰ ਹੁਣ ਚੈਲੰਜ ਕਰੀਏ ਵੀ ਕਿਆ, ਮਤਲਬ ਸੁਣਨੀ ਤਾਂ ਹੁੰਦੀ ਨਹੀਂ ਕਿਸੇ ਦੀ, ਉਹਨੇ ਆਪਣੀਆਂ ਮਾਰੀ ਜਾਂਦਾ ਆ। ਮੇਰਾ ਸਿੱਧੂ ਸਾਹਿਬ ਨੂੰ ਚੈਲੰਜ ਹੈ ਵੀ ਤੁਸੀਂ ਆਪਣੀ ਪ੍ਰਧਾਨਗੀ ਦੇ ਵਿੱਚ ਇੱਕ ਦਲਿਤ ਮੁੱਖ ਮੰਤਰੀ ਦਿੱਤਾ, ਚਲੋ ਇਹਦਾ ਮੁੜ ਕੇ ਐਲਾਨ ਕਰ ਦਿਓ। ਤੁਸੀਂ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿਓ। ਇਹਦੇ ਤੇ ਵੀ ਸਵਾਲ ਕਰਦੇ ਹੋ, ਕਹਿੰਦੇ ਨੇ ਕਿ ਅਸੀਂ ਤਾਂ ਇੱਕ ਵਾਰ ਦਿੱਤਾ, ਅਕਾਲੀ ਦਲ ਨੂੰ ਕਹੋ ਵੀ ਇੱਕ ਵਾਰੀ ਦੇ ਕੇ। ਮੈਂ ਕਹਿੰਦਾ ਮੈਂ ਆਪਣੀ ਪਾਰਟੀ ਦਾ ਜਿੰਮਾ ਲੈ ਸਕਦਾ। ਅਸੀਂ ਤਾਂ ਦਿੱਤਾ 4 ਵਾਰੀ ਉੱਤਰ ਪ੍ਰਦੇਸ਼ ਦੇ ਵਿੱਚ। ਇਸ ਵਾਰ ਅਕਾਲੀ ਦਲ ਦੇਗਾ ਪੰਜਾਬ 'ਚ? ਅਸੀਂ ਤਾਂ 4 ਵਾਰੀ। ਦੇਖੋ, ਅਕਾਲੀ ਦਲ ਦਾ ਫੈਸਲਾ ਜੀ, ਠੀਕ ਹੈ ਕਿ ਨਹੀਂ? ਔਰ ਮੈਂ ਕਾਂਗਰਸ ਜਾਤ ਪਾਤ ਦੀ ਰਾਜਨੀਤੀ ਕੌਣ ਕਰ ਰਿਹਾ? ਬਸਪਾ ਤਾਂ ਕਰ ਨਹੀਂ ਰਹੀ, ਅਕਾਲੀ ਦਲ ਤਾਂ ਕਰ ਨਹੀਂ ਰਿਹਾ। ਜਾਤ ਪਾਤ ਦੀ ਰਾਜਨੀਤੀ ਤਾਂ ਕਾਂਗਰਸ ਨੇ ਸ਼ੁਰੂ ਕੀਤੀ। ਪਰ ਇਹ ਇੱਕ ਮੰਗ ਵੀ ਰਹੀ ਨਾ ਗੜੀ ਸਾਹਿਬ ਕਿ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਹੋ ਸਕਦਾ ਪੰਜਾਬ ਦਾ? ਨਹੀਂ, ਇਹਦੇ ਲਈ ਦਲਿਤ ਮੰਗਣ ਕਿਉਂ ਜੀ? ਸ਼ਡਿਊਲ ਕਾਸਟ ਭਾਈਚਾਰੇ ਨੂੰ ਆਪਣੇ ਜ਼ੋਰ ਪੈਦਾ ਕਰਨਾ ਚਾਹੀਦਾ, ਆਪਣੀ ਤਾਕਤ ਬਣਾਉਣੀ ਚਾਹੀਦੀ ਆ। ਮੰਗਣ ਨਾਲ ਵੀ ਕਦੀ ਕੁਝ ਮਿਲਦਾ, ਥਾਲੀ 'ਚ ਪਰੋਸ ਕੇ ਕਦੀ ਹੱਕ ਨਹੀਂ ਮਿਲਦੇ। ਹੱਕਾਂ ਲਈ ਤੇ ਲੜਨਾ ਪੈਂਦਾ। ਤੇ ਇਸ ਕਰਕੇ
ਇਹਨਾਂ ਭਾਈਚਾਰਿਆਂ ਨੂੰ ਇਕੱਠੇ ਹੋ ਕੇ ਆਪਣਾ ਜਿਹੜਾ ਹੈਗਾ ਆ ਉਹ ਸਾਹਿਬ ਕਾਂਸ਼ੀ ਰਾਮ ਨੇ ਆਪਣਾ ਸਾਰਾ ਜੀਵਨ ਲਾਤਾ। ਜਿਹੜੇ ਯੂਪੀ ਦੇ ਲੋਕ ਜਿਨ੍ਹਾਂ ਨੂੰ ਅਸੀਂ ਚੌਲ ਖਾਣੇ ਵਾਲੇ ਕਹਿ ਦਿੰਦੇ ਆ ਵੀ ਇਹ ਚਾਵਲ ਖਾਂਦੇ ਆ, ਅਸੀਂ ਇੱਧਰਲੇ ਪੰਜਾਬ ਦੇ ਰੋਟੀ ਖਾਣੇ ਦੇਸੀ ਘਿਓ ਵਾਲੀ, ਤੇ ਜਦੋਂ ਚਾਵਲ ਖਾਣੇ ਵਾਲੇ ਬਣਾ ਸਕਦੇ ਆ ਤੇ ਦੇਸੀ ਘੇ ਖਾਣੇ ਵਾਲੇ ਨੂੰ ਬਣਾ ਲੈਣਾ ਚਾਹੀਦਾ ਆਪਣਾ। ਅੱਛਾ, ਸੀਐਮ ਨਹੀਂ ਤਾਂ ਡਿਪਟੀ ਸੀਐਮ ਨਜ਼ਰ ਆਉਣਗੇ ਜਸਵੀਰ ਸਿੰਘ ਗੜੀ? ਨਹੀਂ, ਬਿਲਕੁਲ ਨਹੀਂ। ਮੈਂ ਪਾਰਟੀ ਦਾ ਬੜਾ ਛੋਟਾ ਜਿਹਾ ਵਰਕਰ ਹਾਂ ਜੀ। ਮੈਂ ਪਾਰਟੀ ਦੇ ਹੁਕਮਾਂ ਵਿੱਚ ਵੱਜਣ ਵਾਲਾ ਛੋਟਾ ਜਿਹਾ ਵਰਕਰ ਹੈ। ਮੇਰੀ ਡਿਊਟੀ ਜਿਹੜੀ ਪਾਰਟੀ ਨੇ ਪਾਰਟੀ ਸੰਗਠਨ ਦੀ ਲਗਾਈ ਆ, ਜਦੋਂ ਵੀ ਕੋਈ ਪਾਰਟੀ ਅਗਲਾ ਹੁਕਮ ਦੇਗੀ ਤਾਂ ਮੈਂ ਹਰ ਹੁਕਮ ਤੇ ਸਿਰ ਨਿਭਾਵਾਂਗਾ। ਅੱਛਾ, ਐਸੀ ਭਾਈਚਾਰੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਕਿ ਇਹ ਮੰਗਣਾ ਕਿਉਂ ਹੱਕ ਲੈਣੇ ਚਾਹੀਦੇ ਨੇ, ਇਹਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਇੱਕ ਦਿਨ ਸਪੀਚ ਦਿੱਤੀ, ਕਹਿੰਦੇ ਨੇ ਕਿ ਬਸਪਾ ਆਪਣੇ ਹੱਕ ਮੰਗਦੀ ਸੀਗੀ, ਕਹਿੰਦੇ ਪਰ ਬਸਪਾ ਨੇ ਅਕਾਲੀ ਦਲ ਨੂੰ ਆਪਣੇ ਆਪ ਨੂੰ ਵੇਚ ਦਿੱਤਾ। ਦੇਖੋ, ਚੰਨੀ ਤਾਂ ਆਲਰੇਡੀ ਜਿਹੜਾ ਹੈਗਾ ਅਣਖ ਦੀ ਮੂਵਮੈਂਟ ਤੋਂ ਬੜੀ ਦੂਰ ਰਿਹਾ। ਮਾਨ ਸਵੈਮਾਨ ਦੀ ਮੂਵਮੈਂਟ ਜਿਹੜੀ ਰੋਪੜ ਜ਼ਿਲ੍ਹੇ 'ਚੋਂ ਸ਼ੁਰੂ ਹੋਈ ਪੂਰੇ ਦੇਸ਼ ਵਿੱਚ ਫੈਲ ਗਈ। ਫਲਾਉਣੇ ਵਾਲਾ ਸੀ ਮਾਨੇਵਰ ਸਾਹਿਬ ਕਾਂਸ਼ੀ ਰਾਮ, ਰੋਪੜ ਜ਼ਿਲ੍ਹੇ ਦਾ ਸੀ। ਸੌਦਾ ਕਿਆ ਹੁੰਦਾ, ਵਿਕਣਾ ਕਿਆ ਹੁੰਦਾ, ਔਰ ਬਕਾਊ ਲੋਕ ਕੌਣ ਹੁੰਦੇ ਆ, ਬੇਅਣਖੇ ਕੌਣ ਹੁੰਦੇ, ਸਾਹਿਬ ਕਾਂਸ਼ੀ ਰਾਮ ਨੇ ਪੂਰੇ ਦੇਸ਼ ਨੂੰ ਸਮਝਾਇਆ। ਔਰ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਜਿਹੜੇ ਦਲਿਤ ਵੱਖ-ਵੱਖ ਪਾਰਟੀਆਂ 'ਚ ਬੈਠ ਕੇ ਮਲਾਈ ਖਾ ਰਹੇ ਆ, ਇਹ ਮਲਾਈ ਹੀ ਇਹਨਾਂ ਦਾ ਸੌਦਾ ਆ। ਤੇ ਚੰਨੀ ਨੇ ਤਾਂ ਸਾਰੀ ਉਮਰ ਮਲਾਈ ਖਾਧੀ ਆ। ਔਰ ਚੰਨੀ ਕਦੇ ਵੀ ਸਾਹਿਬ ਕਾਂਸ਼ੀ ਰਾਮ ਜੀ ਦੇ, ਜੇ ਉਹਨੂੰ ਬਸਪਾ ਦਾ ਇੰਨਾ ਹੇਜ ਹੈ, ਕਦੇ ਸਾਹਿਬ ਕਾਂਸ਼ੀ ਰਾਮ ਦੇ ਪਿੰਡ ਜਾ ਕੇ ਨਹੀਂ ਖੜਾ ਹੋਇਆ। ਉਹਦੇ ਨਾਲ ਹੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਖਰਾਲਗੜ੍ਹ ਸਾਹਿਬ ਲੱਗਦਾ, ਰੋਪੜ ਜ਼ਿਲ੍ਹੇ ਦੇ ਨਾਲ। ਅਨੰਦਪੁਰ ਸਾਹਿਬ ਤੋਂ ਉੱਪਰ ਨੂੰ ਚੜ੍ਹੋ ਨਾਲੇ ਖਰਾਲਗੜ੍ਹ ਸਾਹਿਬ ਹੈ। ਸ਼੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ। ਗੁਰੂ ਰਵਿਦਾਸ ਜੀ ਨੇ ਕਿਹਾ ਪਰਾਧੀਨਤਾ ਪਾਪ ਹੈ, ਜਾਨ ਲਿਹੋਰੇ ਮੀਤ, ਵੀ ਗੁਲਾਮੀ ਕਰਨਾ ਪਾਪ ਹੈ। ਲੇਕਿਨ ਚੰਨੀ ਗੁਲਾਮੀ 'ਚ ਇੰਨਾ ਮਸਤ ਵਾ। 18 ਸਤੰਬਰ ਨੂੰ ਮੁੱਖ ਮੰਤਰੀ ਦੀ ਸਹੁੰ ਚੁੱਕਦਾ, 18 ਦਸੰਬਰ ਨੂੰ ਖਰਾਲਗੜ੍ਹ ਮੱਥਾ ਟੇਕਣ ਜਾਂਦਾ, ਖਰਾਲਗੜ੍ਹ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਨੂੰ 90 ਦਿਨਾਂ ਬਾਅਦ। ਤੇ ਇੱਕ ਪਾਸੇ ਗੜੀ ਆ, ਜਿੱਦਣ ਪ੍ਰਧਾਨ ਬਣਿਆ ਸ਼ਾਮ ਨੂੰ ਅਨਾਉਂਸਮੈਂਟ ਹੋਈ, ਅਗਲੇ ਦਿਨ ਤੜਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਸੀਗੇ, ਮੱਥਾ ਟੇਕਿਆ। ਉੱਥੋਂ ਹੀ ਕੇਸਗੜ੍ਹ ਸਾਹਿਬ ਜਾ ਕੇ ਮੱਥਾ ਟੇਕਿਆ। ਤਾਂ ਇਸ ਕਰਕੇ ਚੰਨੀ ਸਾਹਿਬ ਜਿਹੜਾ ਆ ਉਹਨੂੰ ਨਹੀਂ ਪਤਾ ਕਿ ਵੇਚਣਾ ਕਿਆ ਹੁੰਦਾ, ਖਰੀਦਣਾ ਕਿਆ ਹੁੰਦਾ, ਕਿਉਂਕਿ ਚੰਨੀ ਤਾਂ ਪਹਿਲਾਂ ਤੋਂ ਖੁਦ ਹੀ ਕਾਂਗਰਸ ਕੋਲ ਵਿਕਿਆ ਹੋਇਆ ਆਦਮੀ। ਅੱਛਾ, ਕਿੱਦਾਂ ਮੁਕਾਬਲਾ ਕਿਹਦੇ ਨਾਲ ਦੇਖ ਰਹੇ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਮੁਕਾਬਲਾ ਕਿਹਦੇ ਨਾਲ ਹੋਵੇਗਾ? ਕਿਉਂਕਿ ਪਹਿਲਾਂ ਵੱਡੇ ਤੌਰ ਤੇ ਇੱਕ ਪਾਰਟੀ ਕਾਂਗਰਸ ਹੁੰਦੀ ਸੀਗੀ, ਹੁਣ ਆਮ ਆਦਮੀ ਪਾਰਟੀ ਵੀ ਹੈ ਤੇ ਕਿਸਾਨ ਵੀ ਮੈਦਾਨ ਦੇ ਵਿੱਚ ਨੇ। ਦੇਖੋ, ਆਮ ਆਦਮੀ ਪਾਰਟੀ, ਮੇਰਾ ਸਵਾਲ ਕਰਦਾ ਹੁੰਦਾ ਪੰਜਾਬੀਆਂ ਨੂੰ, ਆਪਣੇ ਦਿਲ 'ਚੋਂ ਆਵਾਜ਼ ਕੱਢ ਕੇ ਦੱਸੋ ਵੀ ਕਿਆ ਇਹ ਪੰਜਾਬ ਦੇ ਪਾਣੀਆਂ ਨੂੰ ਇਹ ਰਗੜ ਗਈ ਦਿੱਲੀ, ਪੰਜਾਬ ਦੇ ਪੰਥ ਨੂੰ ਰਗੜ ਗਈ ਦਿੱਲੀ, ਪੰਜਾਬ ਦੇ ਗ੍ਰੰਥ ਨੂੰ ਰਗੜ ਗਈ ਦਿੱਲੀ, ਪੰਜਾਬ ਦੀ ਜਵਾਨੀ ਨੂੰ ਰਗੜ ਗਈ ਦਿੱਲੀ, ਪੰਜਾਬ ਦੇ ਆਰਥਿਕ ਢਾਂਚੇ ਨੂੰ ਰਗੜ ਗਈ ਦਿੱਲੀ, ਤੇ ਦਿੱਲੀੋਂ ਆਇਆ ਅਬਦਾਲੀ, ਦਿੱਲੀੋਂ ਆਇਆ ਕੇਜਰੀਵਾਲ। ਔਰ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਆ। ਮੈਂ ਪੰਜਾਬੀਆਂ ਨੂੰ ਪੁੱਛਣਾ ਵੀ 2017 'ਚ ਤਾਂ ਤੁਸੀਂ ਹੋ ਗਏ ਗੁੰਮਰਾਹ, ਝਾੜੂ ਚੱਕ ਲਿਆ, ਤੇ ਜਿਸ ਤਰੀਕੇ ਨਾਲ ਚੱਕਿਆ ਸੀ ਝਾੜੂ, ਸੋਸ਼ਲ ਮੀਡੀਆ ਤੇ ਵੀ ਮਾਰੋ ਮਾਰ ਸੀ, ਲੋਕਾਂ 'ਚ ਵੀ, ਅੰਦਰ ਵੀ ਕਰੰਟ ਸੀ, ਬਾਹਰ ਵੀ ਕਰੰਟ ਸੀ, ਤੇ ਸੀਟਾਂ ਆਈਆਂ 20। ਅੱਜ 222 ਆ। ਅੱਜ ਨਾ ਕਰੰਟ, ਬਾਹਰ ਤਾਂ ਹੈ ਹੀ ਨਹੀਂ ਕਿਤੇ। ਪਰ ਸਰਵੇ ਦੇਖ ਰਹੇ ਹੋ, 80 ਵੋਟਰ ਦਾ ਸਰਵੇ ਦੇ ਵਿੱਚ ਭਗਵੰਤ ਮਾਨ ਵੀ ਉੱਤੇ ਨੇ ਤੇ ਪਾਰਟੀ ਵੀ ਉੱਤੇ ਹੈ। 80 ਵੋਟਰ ਤਾਂ ਮੈਂ ਕਹਿੰਦਾ ਬਈ ਕਿਤੇ ਪੰਜਾਬੀਆਂ ਦੇ ਹੱਥ ਆ ਜਾਵੇ ਜਿਨ੍ਹਾਂ ਨੇ 17 ਝਾੜੂ ਨੂੰ ਵੋਟਾਂ ਪਾਈਆਂ, ਜਿਨ੍ਹਾਂ ਨੇ 17 'ਚ 80 ਵੋਟਰ ਦੇ ਕੇ ਕੰਧਾਂ ਤੇ, ਕਿਤੋਂ ਹੱਥ ਆ ਜਾਵੇ ਇਹਨਾਂ ਦੇ, ਉਹ ਬੰਦਾ ਆ ਕਿ ਜਨਾਨੀ ਆ। ਉਹ ਇਲਜ਼ਾਮ ਲਾਉਂਦੇ, ਕਹਿੰਦੇ ਨੇ ਕਿ ਅਕਾਲੀ ਤੇ ਕਾਂਗਰਸ ਫਿਕਸ ਮੈਚ ਖੇਡ ਕੇ 100 ਸੀਟਾਂ ਤੇ ਆਈਆਂ 20, 20 ਚੋਂ 13 ਭੱਜ ਗਏ, 7 ਬਚੇ। 4 MP ਜਿੱਤੇ 14 'ਚ, ਪੂਰੇ ਦੇਸ਼ ਚੋਂ ਖਾਤਾ 0। ਪੰਜਾਬੀ ਤਾਂ ਇੰਨੇ ਦਰਿਆ ਦਿਲ ਨੇ, ਜਦੋਂ ਸਵਾਮੀ ਵਿਵੇਕਾਨੰਦ ਹੋਇਆ ਸਾਰੇ ਆਰੀਆ ਸਮਾਜੀ ਹੋ ਗਏ, ਸਾਰੇ ਆਰੀਆ ਸਮਾਜੀ ਹੋ ਗਏ। ਔਰ ਜਦੋਂ ਕੋਈ ਵੀ ਲਹਿਰ ਚੱਲੀ ਪੰਜਾਬ 'ਚ, ਦੇਸ਼ ਦੀ ਆਜ਼ਾਦੀ ਦੀ ਲਹਿਰ ਚੱਲੀ, ਪੂਰਾ ਪੰਜਾਬ ਸਭ ਤੋਂ ਵੱਧ ਕੁਰਬਾਨੀਆਂ ਦੇ ਗਿਆ। ਜਦੋਂ ਆਹ ਦੀ ਲੜਾਈ ਲੜੀ, ਪੰਜਾਬ ਦੇ ਟੋਟੇ ਹੋ ਗਏ, ਲੇਕਿਨ ਆਜ਼ਾਦੀ ਦੀ ਲੜਾਈ ਬੰਦ ਨਹੀਂ ਕੀਤੀ। ਪੰਜਾਬ ਦੇ ਵਿੱਚ 1977 ਦੀ ਐਮਰਜੈਂਸੀ ਲੱਗੀ, ਇੱਕੋ ਹੀ ਸਟੇਟ ਖੜਾ ਹੋਇਆ, ਪੰਜਾਬ ਖੜਾ ਹੋਇਆ। ਪੰਜਾਬ ਦੇ ਜਦੋਂ ਸੂਬਿਆਂ ਦੇ ਹੱਕਾਂ ਦੀ ਗੱਲ ਚੱਲੀ, ਇੱਕੋ ਹੀ ਸੂਬਾ ਖੜਾ ਹੋਇਆ, ਪੰਜਾਬ 'ਚ ਲਹਿਰ ਚੱਲ ਪਈ। ਜਦੋਂ ਕੇਂਦਰ ਦਬਾਉਂਦਾ ਸੀ, ਕੇਂਦਰ ਦੇ ਖਿਲਾਫ ਜਿਹੜਾ ਹਥਿਆਰ ਚੁੱਕ ਕੇ ਵੀ ਖੜਾ ਹੋ ਗਿਆ, ਪੰਜਾਬ ਖੜਾ ਹੋ ਗਿਆ, ਲਹਿਰ ਚੱਲ ਗਈ। ਇਸੇ ਤਰ੍ਹਾਂ ਇਹ ਵੀ ਇੱਕ ਲਹਿਰ ਸੀ, ਪੰਜਾਬੀਆਂ ਨੂੰ ਲੱਗਿਆ ਸ਼ਾਇਦ ਸਾਡੇ ਭਲੇ ਦੀ ਹੋਏਗੀ, ਪਰ ਲੇਕਿਨ ਇਹ ਲਹਿਰ ਵੀ ਉੱਦਾਂ ਦੀ ਸੀਗੀ ਜਿਹੜੀ ਪੰਜਾਬ ਨੂੰ ਨਿਗਲਣ ਵਾਲੀ ਸੀ। ਪੰਜਾਬੀਆਂ ਨੂੰ ਸਮਝ ਆ ਗਈ। ਹੁਣ ਇਹਨਾਂ ਪੁੱਛੋ ਆਮ ਆਦਮੀ ਪਿੱਠੇ ਕਿੱਥੇ ਆ,
ਕਹਿੰਦੇ ਅੰਡਰ ਕਰੰਟ ਵਾ, ਥੱਲੇ ਥੱਲੇ ਚੱਲਦੀ ਆ। ਬਈ ਸਾਹਿਬ ਜਦੋਂ ਉੱਪਰ ਚੱਲਦੀ ਸੀਗੀ ਔਰ ਥੱਲੇ ਦੋਏ ਪਾਸੇ ਚੱਲਦੀ ਸੀਗੀ, ਉਦੋਂ ਤਾਂ 20 ਸੀਟਾਂ ਆਈਆਂ। ਹੁਣ ਉੱਪਰ ਤਾਂ ਹੈ ਹੀ ਕੱਖ ਨਹੀਂ। ਉੱਪਰ ਤਾਂ ਨਾ ਲਾੜਾ ਨਾ 117 ਲਾੜੇ, 38 ਦੀ ਲਿਸਟ ਘੁੰਮਣ ਲੱਗੀ ਹੋਆ, ਕੁਝ ਕਾਂਗਰਸ ਚੋਂ ਚੱਕੇ, ਕੁਝ ਅਕਾਲੀਆਂ ਚੋਂ, ਔਰ 4 MP ਜਿੱਤੇ। ਅੱਜ ਇੱਕ ਨਾਲ ਹੈ, 3 ਭੱਜ ਗਏ। ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਕਿਸਾਨਾਂ ਨਾਲ ਗੱਠਜੋੜ ਕਰਨਾ। ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਾਉਣ ਵਾਲੀ ਆਮ ਆਦਮੀ ਪਾਰਟੀ ਕਿਸਾਨ ਲੀਡਰਾਂ ਨੂੰ ਰਾਜਨੀਤਿਕ ਦਿਖਾ ਲਿਆ ਔਰਾ। ਕਿਸਾਨ ਲੀਡਰ ਇਹਨਾਂ ਦੇ ਔਰੇ 'ਚ ਆ ਕੇ ਗੁੰਮਰਾਹ ਹੋ ਗਏ, ਔਰ ਕਿਸਾਨ ਲੀਡਰ ਅੱਜ ਉਹ ਵਿਚਾਰੇ ਰਾਜਨੀਤੀ ਦੇ ਸਮੁੰਦਰ 'ਚ ਡੱਕੇ ਡੋਲੇ ਖਾ ਰਹੇ ਆ। ਆਮ ਆਦਮੀ ਪਾਰਟੀ ਨੇ ਢੀਂਡਸੇ ਨੂੰ ਦਿਖਾ ਦਿੱਤੀ, ਤੇ ਢੀਂਡਸਾ ਵਿਚਾਰਾ ਬਿਆਨ ਦੇ ਬੈਠਾ ਕਿ ਸਾਡੀ ਆਮ ਆਦਮੀ ਪਾਰਟੀ ਨਾਲ ਗੱਲ ਚੱਲਦੀ। ਇਹਨਾਂ ਨੇ ਉਸੇ ਵੇਲੇ ਉਹਨੂੰ ਡਾਊਨ ਕਰਤਾ, ਉਸੇ ਵੇਲੇ ਕਾਊਂਟਰ ਬਿਆਨ ਦੇ ਕੇ। ਢੀਂਡਸਾ ਸਾਹਿਬ ਹੋਣਾ ਦਾ ਸਾਰਾ ਹੀ ਮਤਲਬ ਜਿਹੜਾ ਵੀ ਆਮ ਆਦਮੀ ਪਾਰਟੀ ਨਾਲ ਗਿਆ, ਕਿਸੇ ਦਾ ਬਚਿਆ ਕੁਛ? ਬੈਂਸ ਚਲੇ ਗਏ ਸੀਗੇ, ਬੈਂਸਾਂ ਦਾ ਕੁਛ ਬਚਿਆ? ਖਹਿਰਾ ਚਲਾ ਗਿਆ, ਖਹਿਰਾ ਮਰ ਗਿਆ। ਇਹ ਤਾਂ ਉਹ ਸ਼ਕਤੀ ਆ ਜਿਹੜੀ ਨਾਗਪੁਰ ਵਰਗੇ ਹੱਥਾਂ 'ਚੋਂ ਚੱਲਦੀ ਆ। ਉਹ ਸ਼ਕਤੀ ਆ ਜਿਹੜੀ ਪੰਜਾਬ ਦੇ ਵਿੱਚੋਂ ਅਸਲੀ ਲੋਕਾਂ ਨੂੰ ਖਤਮ ਕਰਨ ਆਈ, ਅਸਲੀ ਲਹਿਰਾਂ ਨੂੰ ਖਤਮ ਕਰਨ ਆਈ। ਔਰ ਜੋ ਇੱਥੇ ਬੋਲਦੇ ਆ ਉਹ ਦਿੱਲੀ 'ਚ ਦਿੱਤਾ, ਉੱਥੇ ਤਾਂ ਦਿੱਤਾ ਨਹੀਂ। ਔਰ ਇੱਥੋਂ ਦੇ ਲੋਕ ਬੜੇ ਸਮਝਦਾਰ ਆ ਪੰਜਾਬ ਦੇ। ਅੱਗੇ ਤਾਂ ਜਹਾਜ਼ ਭਰ ਕੇ ਆਏ ਸੀਗੇ ਬੰਦਿਆਂ ਦੇ, ਮੈਨੂੰ ਲੱਗਦਾ ਵੀ, ਔਰ ਨੋਟਾਂ ਦੇ ਵੀ ਜਹਾਜ਼ ਭਰ ਕੇ ਆਏ ਸੀ। ਇਸ ਵਾਰੀ ਇਹ ਚੀਕਾਂ ਮਾਰਨ ਲੱਗੇ ਹੋਆ। ਅੱਛਾ ਗੜੀ ਸਾਹਿਬ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਹੁਣ ਖੁੱਲ੍ਹ ਕੇ ਮੈਦਾਨ ਦੇ ਵਿੱਚ ਨਿੱਤਰ ਕੇ ਆ ਗਏ ਨੇ, ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਨੁਕਸਾਨ ਜੇਕਰ ਇਹਦਾ ਹੋਏਗਾ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਅਕਾਲੀ ਦਲ ਨੂੰ ਹੋਏਗਾ। ਕਹਿੰਦੇ ਨੇ ਕਿ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਅਕਾਲੀ ਦਲ ਜਾਂ ਪਿੰਡਾਂ ਦੇ ਨਾਲ ਜ਼ਿਆਦਾ ਸੰਬੰਧ ਰੱਖਦੇ ਨੇ, ਤੇ ਪਿੰਡਾਂ ਦੇ ਵਿੱਚ ਵੋਟ ਬੈਂਕ ਅਕਾਲੀ ਦਲ ਬਸਪਾ ਦਾ ਹੈਗਾ ਜ਼ਿਆਦਾ। ਹਾਂ, ਹੋਊਗਾ ਅਸਰ ਕੋਈ ਆਮ ਆਦਮੀ ਪਾਰਟੀ ਦਾ ਕਿਸਾਨਾਂ ਦਾ? ਦੇਖੋ, ਕਿਸਾਨ ਭਾਈਚਾਰਾ ਜਿਹੜਾ ਆ, ਕਿਉਂਕਿ 1 ਮਹੀਨਾ ਬੜਾ ਸ਼ਾਰਟ ਟਾਈਮ ਹੈ ਉਹਨਾਂ ਦੇ ਕੋਲ, ਇਲੈਕਸ਼ਨ ਦਾ ਤਿਆਰੀ ਨਹੀਂ ਹੋ ਪਾਈ, ਉਹਨਾਂ ਦਾ ਸੰਗਠਨ ਵੀ ਨਹੀਂ ਬਣ ਪਾਇਆ। ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਹਰ ਲਹਿਰ ਨੂੰ, ਹਰ ਜਥੇਬੰਦੀ ਨੂੰ ਆਪਣਾ ਇਲੈਕਸ਼ਨ ਲੜਨ ਦਾ ਉਹਨਾਂ ਨੂੰ ਆਜ਼ਾਦੀ ਆ। ਪਰ ਮੇਰੀ ਕਿਸਾਨ ਭਾਈਚਾਰੇ ਅੱਗੇ ਬੇਨਤੀ ਆ ਕਿ ਤੁਸੀਂ ਜਿਹੜਾ ਫੈਸਲਾ ਲੈਣਾ ਆ, ਤੁਸੀਂ ਬੜਾ ਵੱਡਾ ਅੰਦੋਲਨ ਚਲਾਇਆ, ਰਾਜਨੀਤੀ ਕਰਨੀ ਚਾਹੀਦੀ, ਜੰਮ ਕਰੋ, 100 ਵਾਰੀ ਕਰੋ, ਲੇਕਿਨ ਉਹਨਾਂ ਹਾਲਾਤਾਂ 'ਚ ਕਰੋ ਜਦੋਂ ਪੰਜਾਬ ਦਾ ਹਿੱਤ ਸੁਰੱਖਿਅਤ ਹੋਵੇ। ਅੱਜ ਇਹਨਾਂ ਧਾੜਵੀਆਂ ਤੋਂ ਬਚਾਉਣ ਲਈ ਇਕੱਠੇ ਹੋਣ ਦੀ ਲੋੜ ਵਾ, ਤੇ ਇਕੱਠੇ ਹੋ ਕੇ ਹੀ ਇਹਨਾਂ ਧਾੜਵੀਆਂ ਨੂੰ ਬਚਾਇਆ ਜਾ, ਪੰਜਾਬ ਨੂੰ ਬਚਾਇਆ ਜਾ ਸਕਦਾ। ਆਖਰੀ ਸਵਾਲ ਲਊਂਗਾ ਗੜੀ ਸਾਹਿਬ, ਬੀਜੇਪੀ ਵੀ ਇਸ ਵਾਰ ਪੰਜਾਬ ਦੀਆਂ ਪਾਰਟੀਆਂ ਨੂੰ ਕਰੰਟ ਦਿੰਦੀ ਨਜ਼ਰ ਆ ਰਹੀ ਹੈ। ਲਗਾਤਾਰ ਅਦਲ ਬਦਲ ਹੋ ਰਹੀ ਹੈ। ਕਾਂਗਰਸ ਦੇ ਵਿਧਾਇਕ ਜਾ ਰਹੇ ਨੇ, ਅਕਾਲੀ ਦਲ ਦੇ ਜਿਹੜੇ ਜਾ ਰਹੇ ਨੇ। ਅੱਜ ਵੀ ਤੁਹਾਡੇ ਭਾਈਵਾਲ ਪਾਰਟੀ ਅਕਾਲੀ ਦਲ ਦੇ ਗੁਰਦੀਪ ਸਿੰਘ ਗੋਸ਼ਾ ਜਿਹੜੇ ਨੇ ਉਹ ਸ਼ਾਮਲ ਹੋ ਗਏ ਬੀਜੇਪੀ ਦੇ ਵਿੱਚ। ਲੱਗਦਾ ਕਿ ਨੁਕਸਾਨ ਕਰ ਰਹੀ ਹੈ, ਢਾਲ ਆ ਰਹੀ ਹੈ ਬੀਜੇਪੀ ਅਕਾਲੀ ਦਲ ਨੂੰ? ਦੇਖੋ, ਬੀਜੇਪੀ ਕਿੰਨਾ ਕੁ ਨੁਕਸਾਨ ਕਰ ਸਕਦੀ ਸੀਗੀ, ਉਹ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਦਮੋਦਰ ਦਾਸ ਮੋਦੀ ਜੀ ਦੀ ਆਮਦ ਤੇ ਪਤਾ ਲੱਗ ਗਿਆ। ਮੈਂ ਵੱਡੇ ਲੀਡਰਾਂ ਦੇ ਬੱਸਾਂ ਦੇ ਕਾਫਲੇ ਦੇਖੇ। ਅਸੀਂ 80 ਬੱਸਾਂ ਲੈ ਕੇ ਜਾ ਰਹੇ ਹਾਂ, ਅਸੀਂ 20 ਬੱਸਾਂ ਲੈ ਕੇ ਜਾ ਰਹੇ ਹਾਂ, ਸਾਡੇ ਕੋਲ 100 ਕਾਰ ਵਾ। ਉਹ 11 ਵਜੇ ਤੱਕ ਤਾਂ 12 ਵਜੇ ਤੱਕ ਆਪਣੇ ਹਲਕਿਆਂ 'ਚ ਖੜੇ ਸੀ ਸਾਰੇ। ਭਰੀਆਂ ਹੀ ਨਹੀਂ ਕਿਸੇ ਕੋਲੋਂ ਜੀ। ਜਿਹੜੇ ਗਏ ਆ 2-2 4-4 ਕਾਰਾਂ ਮਸੀਂ ਲੈ ਕੇ ਪੁੱਜੇ ਆ। ਔਰ ਬੀਜੇਪੀ ਦਾ ਜਿਹੜਾ ਇੱਕ ਜ਼ਰੂਰ ਇਹਨਾਂ ਨੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਸੰਭਾਲ ਲਿਆ ਸੀ, ਲੇਕਿਨ ਮੋਦੀ ਸਾਹਿਬ ਦੀ ਆਮਦ ਦੇ ਨਾਲ ਉਹ ਮੈਨੂੰ ਇੱਦਾਂ ਲੱਗਦਾ ਕਿ ਉਹ ਬਹੁਤ ਜ਼ਿਆਦਾ ਡਾਊਨ ਗਿਆ ਹੈ। ਅੱਛਾ, ਕਈ ਤਰੀਕੇ ਦੀਆਂ ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ ਬੀਜੇਪੀ ਤੇ ਅਕਾਲੀ ਦਲ ਅੰਦਰੋਂ ਇੱਕ ਨੇ ਤੇ ਇਲੈਕਸ਼ਨ ਤੋਂ ਬਾਅਦ ਇਕੱਠੇ ਹੋ ਸਕਦੇ ਨੇ। ਲੱਗਦਾ ਕਿ ਜੇਕਰ ਇਸ ਤਰੀਕੇ ਦਾ ਹੁੰਦਾ ਤਾਂ ਫਿਰ ਬਸਪਾ ਨਾਲ ਰਹੇਗੀ ਕਿ ਜਾਂ ਬਸਪਾ ਵੱਖ ਹੋਏਗੀ? ਫਿਰ ਹਲੇ ਤੱਕ ਤਾਂ ਇਹ ਕਿਹਾ ਜਾ ਸਕਦਾ ਅਕਾਲੀ ਦਲ ਔਰ ਬਸਪਾ ਇਕੱਠੇ ਆ, ਔਰ ਜਦੋਂ ਤੱਕ ਇਕੱਠੇ ਆ ਨਾਲ ਰਹਾਂਗੇ। ਜੇਕਰ ਬੀਜੇਪੀ ਨਾਲ ਹੁੰਦੀ ਹੈ ਤਾਂ ਇਹਦਾ ਫੈਸਲਾ ਭੈਣ ਕੁਮਾਰੀ ਮਾਇਆਵਤੀ ਜੀ ਕਰਨਗੇ। ਠੀਕ ਹੈ ਗੜੀ ਸਾਹਿਬ, ਧੰਨਵਾਦ ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਸੋ ਇਹ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਹੈਗੇ ਨੇ, ਜਿਨ੍ਹਾਂ ਨੇ ਖੁੱਲ੍ਹ ਕੇ ਹਰ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਹੈ, ਵਿਸਥਾਰ ਦੇ ਨਾਲ ਦੱਸਿਆ ਤੇ ਵੱਡਾ ਵਾਅਦਾ ਕੀਤਾ ਕਿ ਇਸ ਵਾਰ ਅਕਾਲੀ ਬਸਪਾ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਹੁਮਤ ਲੈ ਕੇ ਸੱਤਾ ਦੇ ਵਿੱਚ ਜ਼ਰੂਰ ਆਵੇਗੀ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।